ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਅੱਜ ਦੀ ਵੀਡੀਓ ਦਾ ਟੌਪਿਕ ਹੈ ITI CBT ਐਗਜ਼ਾਮ। ਇਸ ਦੇ ਵਿੱਚ ਇੰਪਲਾਈਬਿਲਿਟੀ ਸਕਿੱਲ ਇੱਕ ਸਬਜੈਕਟ ਹੈ, ਉਸ ਦੇ MCQ ਔਰ ਇਸ ਦਾ ਜਿਹੜਾ ਪਾਰਟ ਸੈਕੰਡ ਹੈ ਉਸ ਦੇ ਬਾਰੇ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਜਾਣਾਂਗੇ। ITIs ਦੇ ਜਿਹੜੇ ਸਿੱਖਿਆਰਥੀ CBT ਐਗਜ਼ਾਮ ਯਾਨੀ ਕਿ ਕੰਪਿਊਟਰ ਬੇਸਡ ਟੈਸਟ ਦੇਣ ਜਾ ਰਹੇ ਹੈਗੇ ਆ, ਉਹਨਾਂ ਦਾ ਥਿਊਰੀ, ਵਰਕਸ਼ਾਪ ਕੈਲਕੂਲੇਸ਼ਨ, ਇੰਜੀਨੀਅਰਿੰਗ ਡਰਾਇੰਗ ਦੇ ਨਾਲ ਇੱਕ ਇੰਪਲਾਈਬਿਲਿਟੀ ਸਕਿੱਲ ਵੀ ਸਬਜੈਕਟ ਹੈਗਾ, ਜਿਸ ਦੇ MCQ ਦਾ ਪਹਿਲੇ ਅਸੀਂ ਇੱਕ ਪਾਰਟ ਦੇ ਚੁੱਕੇ ਹਾਂ ਔਰ ਸੈਕਿੰਡ ਵੀਡੀਓ ਦੇ ਵਿੱਚ ਇਸੇ ਦਾ ਹੀ ਪਾਰਟ ਸੈਕਿੰਡ ਦੇ ਵਿੱਚ ਇਸ ਤੋਂ ਨੈਕਸਟ ਜਿਹੜੇ ਕੁਐਸਚਨ ਨੇ ਇੰਪਲਾਈਬਿਲਿਟੀ ਸਕਿੱਲ ਦੇ ਉਸ ਦੇ ਬਾਰੇ ਜਾਣਾਂਗੇ। ਇਸ ਵੀਡੀਓ ਦੇ ਵਿੱਚ ਜਿਹੜੇ ਜ਼ਿਆਦਾਤਰ ਕੁਐਸਚਨ ਨੇ ਇੰਪਲਾਈਬਿਲਿਟੀ ਸਕਿੱਲ ਸਬਜੈਕਟ ਦੇ ਅੰਦਰ ਐਂਟਰਪ੍ਰੇਨਿਓਰਸ਼ਿਪ ਔਰ ਲੇਬਰ ਵੈਲਫੇਅਰ ਜਿਹੜੇ ਐਕਟ ਦੇ ਅੰਡਰ ਕੁਝ ਕੁਐਸਚਨ ਨੇ ਉਹ ਹੈਗੇ ਆ। ਤਾਂ ਪਹਿਲਾ ਜਿਹੜਾ ਕੁਐਸਚਨ ਹੈ PDCA ਦਾ ਕੀ ਅਰਥ ਹੈ? ਆਪਸ਼ਨ A ਹੈਗੀ ਆ ਪਲਾਨ, ਡਿਵੈਲਪ, ਕੰਟਰੋਲ, ਐਕਟ। B ਹੈਗਾ ਪਲਾਨ, ਡੂ, ਚੈੱਕ ਔਰ ਐਕਟ। C ਹੈਗਾ ਪਲਾਨ, ਡੂ, ਕੰਟਰੋਲ ਔਰ ਐਕਟ। C ਹੈਗਾ ਪਲਾਨ, ਡਿਵੈਲਪ, ਚੈੱਕ ਐਂਡ ਐਕਟ। ਤਾਂ ਇਸ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਜਿਹੜਾ ਪਲਾਨ ਕਰਨਾ, ਫਿਰ ਉਸ ਨੂੰ ਡੂ ਯਾਨੀ ਕਿ ਕਰਨਾ, ਚੈੱਕ ਕਰਨਾ ਔਰ ਫਿਰ ਅਸੀਂ ਉਸ ਨੂੰ ਵਰਤੋਂ ਵਿੱਚ ਯਾਨੀ ਕਿ ਕੰਮ ਦੇ ਵਿੱਚ ਵਰਤੋਂ 'ਚ ਲੈ ਕੇ ਆਉਣਾ। ਤਾਂ ਇਸ ਦੀ ਜਿਹੜੀ ਆਪਸ਼ਨ ਹੈ PDCA ਦੀ, ਤਾਂ B ਆਪਸ਼ਨ ਹੈ ਪਲਾਨ, ਡੂ, ਚੈੱਕ ਐਂਡ ਐਕਟ। ਸੈਕਿੰਡ ਕੁਐਸਚਨ ਹੈਗਾ QMS ਦਾ ਕੀ ਅਰਥ ਹੈ? ਆਪਸ਼ਨ A ਹੈ ਕੁਆਲਿਟੀ ਮੈਨੇਜਮੈਂਟ ਸਟੈਂਡਰਡ। B ਹੈਗਾ ਕੁਆਲਿਟੀ ਮੇਜ਼ਰਮੈਂਟ ਸਟੈਂਡਰਡਸ। C ਹੈਗਾ ਕੁਆਲਿਟੀ ਮੈਨੇਜਮੈਂਟ ਸਿਸਟਮ ਔਰ D ਹੈਗਾ ਕੁਆਲਿਟੀ ਮੇਜ਼ਰਮੈਂਟ ਸਿਸਟਮ। ਤਾਂ ਇਸ ਦਾ ਜਿਹੜਾ QMS ਦਾ ਅਰਥ ਹੈਗਾ ਉਹ ਹੈ ਕੁਆਲਿਟੀ ਮੈਨੇਜਮੈਂਟ ਸਿਸਟਮ। ਤਾਂ ਆਪਸ਼ਨ ਇਸ ਦੀ C ਸਹੀ ਹੈ। ਥਰਡ ਹੈਗਾ ਵਾਟ ਇਜ਼ ਦਾ ਲਾਸਟ ਸਟੈਪ ਇਨ ISO 9001 ਰਜਿਸਟ੍ਰੇਸ਼ਨ। ਤਾਂ ਜਿਹੜਾ ISO ਸਰਟੀਫਿਕੇਸ਼ਨ ਹੈਗੀ ਆ ਕਿਸੇ ਅਦਾਰੇ ਨੂੰ ਦਿੱਤੀ ਜਾਂਦੀ ਹੈ, ਤਾਂ ਉਸ ਦੀ ਜਿਹੜੀ ਰਜਿਸਟ੍ਰੇਸ਼ਨ ਦੇ ਵਿੱਚ ਲਾਸਟ ਸਟੈਪ ਕੀ ਹੈਗਾ? ਜਿਹੜੀਆਂ 4 ਆਪਸ਼ਨ ਦਿੱਤੀਆਂ ਨੇ ਉਹ ਹੈ ਕਰੈਕਟਿਵ ਐਂਡ ਪ੍ਰੀਵੈਂਟਿਵ ਐਕਸ਼ਨ। B ਹੈਗਾ ਇੰਟਰਨਲ ਆਡਿਟ। C ਹੈਗਾ ਮੈਨੇਜਮੈਂਟ ਰਿਵਿਊ ਮੀਟਿੰਗ ਔਰ D ਹੈਗਾ ਸਰਟੀਫਿਕੇਸ਼ਨ ਐਂਡ ਆਡਿਟ। ਤਾਂ ਇਸ ਦਾ ਜਿਹੜਾ ਲਾਸਟ ਸਟੈਪ ਹੈਗਾ ISO 9001 ਦਾ, ਉਸ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਸ਼ਨ ਐਂਡ ਆਡਿਟ ਹੈ। ਆਪਸ਼ਨ D ਇਸ ਦੀ ਸਹੀ ਹੈ। ਚੌਥਾ ਕੁਐਸਚਨ ਹੈ ਵਾਟ ਇਜ਼ ਦਾ ਐਕਸਪੈਂਸ਼ਨ ਆਫ ILO ਯਾਨੀ ਕਿ ILO ਨੂੰ ਅਸੀਂ ਵਿਸਥਾਰ ਦੇ ਵਿੱਚ ਕਿਵੇਂ ਲਿਖਦੇ ਹੈਗੇ ਆ? ਆਪਸ਼ਨ A ਹੈਗੀ ਆ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। B ਹੈਗਾ ਇੰਡੀਅਨ ਲੇਬਰ ਆਰਗੇਨਾਈਜੇਸ਼ਨ। C ਹੈਗਾ ਇੰਡੀਅਨ ਲੇਬਰ ਆਕੂਪੇਸ਼ਨ ਔਰ D ਹੈਗਾ ਇੰਟਰਨੈਸ਼ਨਲ ਲੇਬਰ ਆਕੂਪੇਸ਼ਨ। ਤਾਂ ਜਿਹੜਾ ILO ਦਾ ਜੇ ਅਸੀਂ ਵਿਸਥਾਰ ਕਰੀਏ ਉਸ ਦੀ ਫੁੱਲ ਫਾਰਮ ਜਿਹੜੀ ਆ ਉਹ ਹੈਗੀ ਆ ਆਪਸ਼ਨ A ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਪੰਜਵਾਂ ਕੁਐਸਚਨ ਹੈ PDCA ਦੇ ਵਿੱਚ P ਦਾ ਕੀ ਅਰਥ ਹੈ? ਜਿਹੜਾ ਅਸੀਂ ਪਹਿਲੇ ਕੁਐਸਚਨ ਦੇ ਵਿੱਚ ਇਸ ਨੂੰ ਪੜ੍ਹਿਆ ਸੀਗਾ, PDCA ਦਾ ਮੀਨਿੰਗ ਪੜ੍ਹਿਆ ਸੀ, ਉਸ ਦੇ ਵਿੱਚ P ਦਾ ਅਰਥ ਕੀ ਹੈ? ਤਾਂ ਆਪਸ਼ਨ A ਹੈਗਾ ਪ੍ਰੋਸੈਸ, B ਹੈਗਾ ਪ੍ਰੋਬਲਮ, C ਹੈਗਾ ਪਲਾਨ ਔਰ D ਹੈਗਾ ਪ੍ਰੋਸੀਜਰ। ਤਾਂ ਉਸ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ P ਜਿਹੜਾ ਫਸਟ ਲੈਟਰ ਹੈ ਇਸ ਦਾ ਜਿਹੜਾ ਅਰਥ ਹੈਗਾ ਉਹ ਹੈਗਾ ਪਲਾਨ। ਆਪਸ਼ਨ C ਸਹੀ ਹੈ ਪੰਜਵੇਂ ਦੀ। ਛੇਵਾਂ ਕੁਐਸਚਨ ਹੈ ਫੈਕਟਰੀ ਐਕਟ ਦੇ ਅਨੁਸਾਰ ਇੱਕ ਮਜ਼ਦੂਰ ਤੋਂ ਇੱਕ ਹਫ਼ਤੇ ਵਿੱਚ ਕਿੰਨੇ ਘੰਟੇ ਤੋਂ ਵੱਧ ਕੰਮ ਨਹੀਂ ਲੈਣਾ ਚਾਹੀਦਾ? ਤਾਂ ਆਪਸ਼ਨ A ਹੈਗੀ ਆ 60 ਘੰਟੇ, B ਹੈਗੀ ਆ 48 ਘੰਟੇ, C 50 ਘੰਟੇ ਔਰ D ਹੈਗਾ 40 ਘੰਟੇ। ਤਾਂ ਫੈਕਟਰੀ ਐਕਟ ਦੇ ਅਨੁਸਾਰ ਇੱਕ ਮਜ਼ਦੂਰ ਤੋਂ ਜਿਹੜੀ ਕੰਮ ਲੈਣ ਦਾ ਮਿੱਥਿਆ ਗਿਆ ਸਮਾਂ ਉਹ ਇੱਕ ਹਫ਼ਤੇ ਦੇ ਵਿੱਚ 48 ਘੰਟੇ। ਤਾਂ ਜਿਹੜੀ ਉਸ ਦੀ 6 ਦਿਨ ਉਸਦੇ ਹੈਗੇ ਆ 8 ਘੰਟੇ ਦੇ ਹਿਸਾਬ ਨਾਲ 48 ਘੰਟੇ ਬਣਦੇ ਆ ਔਰ ਇੱਕ ਦਿਨ ਦੀ ਉਸ ਨੂੰ ਰੈਸਟ ਦੀ ਪ੍ਰੋਵੀਜ਼ਨ ਰੱਖੀ ਗਈ ਹੈ। ਤਾਂ ਇਸ ਦੇ ਵਿੱਚ 48 ਘੰਟੇ ਤੋਂ ਵੱਧ ਕੰਮ ਨਹੀਂ ਲੈਣਾ ਬਣਦਾ ਫੈਕਟਰੀ ਐਕਟ ਦੇ ਅਨੁਸਾਰ। ਸੱਤਵਾਂ ਕੁਐਸਚਨ ਹੈ EPF ਐਕਟ 1962 ਦੇ ਅਨੁਸਾਰ ਕਰਮਚਾਰੀ ਦੀ ਮੁੱਢਲੀ ਤਨਖਾਹ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਹੁੰਦਾ ਹੈ? EPF ਮੀਨਸ ਐਮਪਲਾਈ ਪ੍ਰੋਵੀਡੈਂਟ ਫੰਡ, ਜਿਹੜਾ ਕਿ ਉਸ ਦੀ ਵੈਲਫੇਅਰ ਦੇ ਲਈ ਰੱਖਿਆ ਗਿਆ ਕਿਸੇ ਕਰਮਚਾਰੀ ਦੇ, ਔਰ ਉਸ ਦੀ ਜਿਹੜੀ ਮੁੱਢਲੀ ਤਨਖਾਹ ਹੁੰਦੀ ਹੈ ਉਸ ਦੇ ਨਾਲ ਜਿਹੜੇ ਅਲੱਗ-ਅਲੱਗ ਅਲਾਊਂਸ ਮਿਲਦੇ ਆ। ਤਾਂ ਜਿਹੜੀ ਮੁੱਢਲੀ ਤਨਖਾਹ ਦੇ ਵਿੱਚੋਂ ਕਟੌਤੀ ਜਿਹੜੀ ਕੀਤੀ ਜਾਂਦੀ ਹੈ ਉਸ ਦੇ ਭਵਿੱਖ
ਚੰਗੇਰੇ ਦੇ ਲਈ ਤਾਂ ਉਸ ਦੇ ਵਿੱਚ ਕਿੰਨੇ ਪਰਸੈਂਟ ਜਿਹੜਾ ਹਿੱਸਾ ਰੱਖਿਆ ਜਾਂਦਾ। ਆਪਸ਼ਨ ਏ ਹੈਗਾ 9%, ਬੀ 8.5%, ਸੀ 12.5% ਔਰ ਡੀ ਹੈਗਾ 12%। ਤਾਂ ਇਸ ਦੇ EPF ਐਕਟ 1962 ਦੇ ਅਨੁਸਾਰ ਕਿਸੇ ਕਰਮਚਾਰੀ ਦੀ ਜਿਹੜੀ ਬੇਸਿਕ ਪੇ ਆ, ਮੁੱਢਲੀ ਤਨਖਾਹ ਹੈਗੀ ਆ, ਉਸ ਦਾ ਜਿਹੜਾ 12% ਜਿਹੜਾ ਹਿੱਸਾ ਜਮ੍ਹਾਂ ਕੀਤਾ ਜਾਂਦਾ। ਤਾਂ ਆਪਸ਼ਨ ਡੀ ਸਹੀ ਹੈ ਇਸ ਦੀ। 8ਵਾਂ ਕੁਐਸਚਨ ਆ, ਫੈਕਟਰੀ ਐਕਟ 1948 ਦੇ ਅਨੁਸਾਰ ਕਿਸੇ ਫੈਕਟਰੀ ਵਿੱਚ ਕਿੰਨੇ ਕਰਮਚਾਰੀਆਂ ਦੀ ਗਿਣਤੀ ਤੋਂ ਵੱਧ ਹੋਣ 'ਤੇ ਫੈਕਟਰੀ ਅੰਦਰ ਕੰਟੀਨ ਹੋਣਾ ਜ਼ਰੂਰੀ ਹੈ। ਯਾਨੀ ਕਿ ਇੱਕ ਕਰਮਚਾਰੀਆਂ ਦੀ ਲਿਮਟ ਹੈ, ਜੇ ਉਹਨਾਂ ਤੋਂ ਜ਼ਿਆਦਾ ਕਰਮਚਾਰੀ ਹੈ ਤਾਂ ਉਹਨਾਂ ਨੂੰ ਇੱਕ ਕੰਟੀਨ ਦੀ ਜਿਹੜੀ ਸਹੂਲਤ ਆ ਉਸੇ ਫੈਕਟਰੀ ਦੇ ਅੰਦਰ ਹੀ ਦੇਣੀ ਬਣਦੀ ਹੈ ਫੈਕਟਰੀ ਐਕਟ 1948 ਦੇ ਅੰਡਰ। ਤਾਂ ਆਪਸ਼ਨ ਏ ਹੈਗੀ ਆ 150, ਬੀ ਹੈਗੀ ਆ 250, ਸੀ ਹੈਗੀ ਆ 500 ਔਰ ਡੀ ਹੈਗੀ ਆ 750। ਤਾਂ 250 ਯਾਨੀ ਕਿ 250 ਅਗਰ ਕਰਮਚਾਰੀ ਉਸ ਤੋਂ ਜ਼ਿਆਦਾ ਹੈਗੀ ਹੈ ਗਿਣਤੀ ਉਸ ਫੈਕਟਰੀ ਦੇ ਅੰਦਰ, ਤਾਂ ਉਸ ਫੈਕਟਰੀ ਦੇ ਅੰਦਰ ਹੀ ਇੱਕ ਕੰਟੀਨ ਦੀ ਸਹੂਲਤ ਦੇਣੀ ਬਣਦੀ ਹੈਗੀ ਹੈ। ਤਾਂ ਆਪਸ਼ਨ ਇਸ ਦੀ ਬੀ ਸਹੀ ਹੈ 8ਵੇਂ ਕੁਐਸਚਨ ਦੀ। 9ਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚੋਂ ਕਿਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ। ਏ ਹੈਗਾ ਆਕਸੀਜਨ, ਬੀ ਨਾਈਟ੍ਰੋਜਨ, ਸੀ ਕਾਰਬਨ ਡਾਈਆਕਸਾਈਡ ਔਰ ਡੀ ਹੈਗਾ ਕਾਰਬਨ ਮੋਨੋਆਕਸਾਈਡ। ਜਿਹੜੀਆਂ ਤਿੰਨ ਆਪਸ਼ਨ ਨੇ ਏ, ਬੀ ਔਰ ਸੀ, ਇਹ ਸਾਡੇ ਹਵਾ ਦੇ ਵਿੱਚ ਅਸੀਂ ਜਦੋਂ ਸਾਹ ਲੈਂਦੇ ਹਾਂ ਇਸ ਦੇ ਆਲੇ ਦੁਆਲੇ ਇਹ ਵਾਲੀਆਂ ਗੈਸਿਸ ਹੁੰਦੀਆਂ ਨੇ ਔਰ ਅਸੀਂ ਉਸ ਦੇ ਵਿੱਚੋਂ ਆਕਸੀਜਨ ਲੈਂਦੇ ਹਾਂ। ਲੇਕਿਨ ਜਿਹੜੀ ਕਾਰਬਨ ਮੋਨੋਆਕਸਾਈਡ ਹੈ ਉਹ ਏਅਰ ਪੋਲਿਊਟ ਕਰਦੀ ਹੈਗੀ ਆ, ਹਵਾ ਪ੍ਰਦੂਸ਼ਿਤ ਹੁੰਦੀ ਹੈ ਇਸ ਦੇ ਨਾਲ, ਕਾਰਬਨ ਮੋਨੋਆਕਸਾਈਡ ਨਾਲ। ਤਾਂ ਇਸ ਕੁਐਸਚਨ ਦੀ ਜਿਹੜੀ ਡੀ ਆਪਸ਼ਨ ਹੈ ਉਹ ਸਹੀ ਹੈ। 10ਵਾਂ ਕੁਐਸਚਨ ਹੈ, ਹੇਠ ਦਿੱਤਿਆਂ ਵਿੱਚ ਕਿਹੜਾ 3R ਦਾ ਹਿੱਸਾ ਨਹੀਂ ਹੈ। ਤਾਂ ਇਸ ਦੇ ਵਿੱਚ 4 ਆਪਸ਼ਨ ਦਿੱਤੀਆਂ ਨੇ, ਰਿਡਿਊਸ, ਰੀਸਾਈਕਲ, ਰੀਜਨਰੇਟ ਔਰ ਰੀਯੂਜ਼। ਤਾਂ 3R ਹੁੰਦਾ ਕੀ ਹੈ। 3R ਇੱਕ ਵਰਤਿਆ ਜਾਂਦਾ ਜਿਹੜਾ ਵਰਡ ਉਹ ਵੇਸਟੇਜ ਨੂੰ ਮਿਨੀਮਾਈਜ਼ ਕਰਨ ਵਾਸਤੇ। ਤਾਂ ਉਸ ਦੇ ਲਈ ਸਾਨੂੰ ਕੀ ਕਰਨਾ ਪੈਂਦਾ, ਯਾਨੀ ਕਿ 3R ਦਾ ਮੀਨਸ ਆ ਰਿਡਿਊਸ, ਰੀਯੂਜ਼ ਐਂਡ ਰੀਸਾਈਕਲ, ਦੈਨ ਰੀਸਾਈਕਲ। ਤਾਂ ਇਸ ਦੇ ਵਿੱਚ ਜਿਹੜਾ 3R ਦਾ ਹਿੱਸਾ ਕਿਹੜਾ ਨਹੀਂ ਹੈਗਾ ਉਹ ਰੀਜਨਰੇਟ ਹੈਗਾ। ਆਪਸ਼ਨ ਸੀ ਇਸ ਕੁਐਸਚਨ ਦੀ ਸਹੀ ਹੈ। ਤਾਂ 3R ਦੇ ਵਿੱਚ ਰਿਡਿਊਸ, ਰੀਸਾਈਕਲ ਐਂਡ ਰੀਯੂਜ਼ ਆ ਜਾਂਦਾ, ਤਾਂ ਰੀਜਨਰੇਟ ਇਸ ਦਾ ਹਿੱਸਾ ਨਹੀਂ। ਤਾਂ ਆਪਸ਼ਨ ਸੀ ਸਹੀ ਹੈ 10ਵੇਂ ਦੀ। 11ਵਾਂ ਕੁਐਸਚਨ ਆ, ਓਜ਼ੋਨ ਲੇਅਰ ਡੈਸ਼ ਤੋਂ ਬਣੀ ਹੁੰਦੀ ਹੈ। ਤਾਂ ਓਜ਼ੋਨ ਲੇਅਰ ਕੀ ਹੁੰਦੀ ਹੈ, ਜਿਹੜੀ ਕਿ ਸਾਨੂੰ ਸੂਰਜ ਦੀਆਂ ਅਲਟਰਾਵਾਇਲਟ ਰੇਡੀਏਸ਼ਨ ਨੇ ਉਹਨਾਂ ਤੋਂ ਬਚਾਉਂਦੀ ਹੈ। ਜਿਹੜੀ ਸਾਡੇ ਧਰਤੀ ਦੇ ਦੁਆਲੇ ਉੱਪਰ ਜਿਹੜੀ ਲੇਅਰ ਬਣੀ ਆ ਤਾਂ ਉਹ ਕਿਸ ਤੋਂ ਬਣੀ ਹੋਈ ਹੁੰਦੀ ਆ। ਆਪਸ਼ਨ ਏ ਹੈਗੀ ਆ 1 ਆਕਸੀਜਨ ਐਟਮ, ਬੀ 2 ਆਕਸੀਜਨ ਐਟਮ, ਸੀ 3 ਆਕਸੀਜਨ ਐਟਮ ਐਂਡ ਡੀ ਹੈਗਾ 4 ਆਕਸੀਜਨ ਐਟਮ ਤੋਂ। ਤਾਂ ਜਿਹੜੀ ਆਕਸੀਜਨ ਲੇਅਰ ਹੈ ਉਹ 3 ਆਕਸੀਜਨ ਐਟਮ ਤੋਂ ਬਣੀ ਹੁੰਦੀ ਹੈ। ਤਾਂ 11ਵੇਂ ਦਾ ਜਿਹੜਾ ਕੁਐਸਚਨ ਹੈਗਾ ਇਸ ਦਾ ਆਨਸਰ ਸੀ ਸਹੀ ਹੈ। 12ਵਾਂ ਕੁਐਸਚਨ ਆ, ਸਿਰ ਦੀ ਸੁਰੱਖਿਆ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ। ਨੀਚੇ ਆਪਸ਼ਨ ਦਿੱਤੀਆਂ ਗਈਆਂ, ਇਹਨਾਂ ਦੇ ਵਿੱਚੋਂ ਦੱਸਣਾ ਹੈਗਾ। ਆਪਸ਼ਨ ਏ ਮਾਸਕ, ਬੀ ਗਲਵਜ਼, ਸੀ ਗੋਗਲਸ ਔਰ ਡੀ ਹੈਗਾ ਹੈਲਮਟ। ਤਾਂ ਇਹ ਸਾਰੇ ਜਣੇ ਜਾਣਦੇ ਆ ਕਿ ਜਦੋਂ ਇੰਡਸਟਰੀ ਦੇ ਵਿੱਚ ਵਰਕਰ ਕੰਮ ਕਰਦੇ ਆ, ਕਈ ਜਗ੍ਹਾ 'ਤੇ ਕੰਸਟਰਕਸ਼ਨ ਦਾ ਕੰਮ ਹੈ ਜਾਂ ਕਿਸੇ ਹੋਰ ਕੰਮ ਆ ਜਾਂਦੇ ਆ ਜਿਨ੍ਹਾਂ ਦੇ ਵਿੱਚ ਜਿਹੜੀ ਹੈਡ ਦੀ, ਸਿਰ ਦੀ ਸੇਫਟੀ ਦੇ ਲਈ ਹੈਲਮਟ ਦੀ ਵਰਤੋਂ ਕੀਤੀ ਜਾਂਦੀ ਹੈ। ਜਾਂ ਟ੍ਰੈਫਿਕ ਸਮੇਂ ਵੀ ਅਸੀਂ ਜਦੋਂ ਡਰਾਈਵ ਕਰਦੇ ਹਾਂ ਤਾਂ ਸਿਰ ਦੀ ਸੁਰੱਖਿਆ ਲਈ ਹੈਲਮਟ ਅਸੀਂ ਪਹਿਨਦੇ ਹਾਂ। ਤਾਂ 12ਵੇਂ ਦਾ ਜਿਹੜਾ ਕੁਐਸਚਨ ਦਾ ਆਨਸਰ ਹੈ ਡੀ ਸਹੀ ਹੈ, ਹੈਲਮਟ। 13ਵਾਂ ਕੁਐਸਚਨ ਹੈ, ਅਰਥਕੁਇਕ ਜਾਂ ਅਸੀਂ ਭੂਚਾਲ ਕਹਿ ਦਿੰਦੇ ਹਾਂ ਦੀ ਤੀਬਰਤਾ ਨੂੰ ਕਿਹੜੇ ਉਪਕਰਨ ਨਾਲ ਮਾਪਿਆ ਜਾਂਦਾ ਹੈ। ਤਾਂ ਜਿਵੇਂ ਅਸੀਂ ਨਿਊਜ਼ ਦੇ ਵਿੱਚ ਸੁਣਦੇ ਹਾਂ ਕਿ ਜਦੋਂ ਕੋਈ ਅਰਥਕੁਇਕ, ਜਿਵੇਂ ਅਸੀਂ ਭੂਚਾਲ ਵੀ ਕਹਿ ਦਿੰਦੇ ਹਾਂ, ਤਾਂ ਉਹ ਇੰਨੇ ਤੀਬਰਤਾ ਦੇ ਨਾਲ ਭੂਚਾਲ ਆਇਆ ਨਾਲ ਲਿਖਿਆ ਹੁੰਦਾ, ਤਾਂ ਉਸ ਨੂੰ ਕਾਹਦੇ ਨਾਲ ਮੇਜ਼ਰ ਕਰਦੇ ਆ, ਉਸ ਉਪਕਰਨ ਦੇ ਬਾਰੇ ਪੁੱਛਿਆ ਗਿਆ। ਆਪਸ਼ਨ ਏ ਹੈਗੀ ਆ ਟੈਲੀਗ੍ਰਾਫ, ਬੀ ਬਾਰਗ੍ਰਾਫ, ਸੀ ਓਸਿਲੋਗ੍ਰਾਫ ਔਰ ਡੀ ਸਿਸਮੋਗ੍ਰਾਫ। ਤਾਂ ਇੱਥੇ ਜਿਹੜਾ ਨਾਲ ਤੁਹਾਨੂੰ ਦਿਖਾ ਦਿਆਂ, ਅਰਥਕੁਇਕ ਦੇ ਸਮੇਂ ਜਿਹੜਾ ਮੇਜ਼ਰ ਕਰਦੇ ਆ ਉਸ ਸਮੇਂ ਮੋਸ਼ਨ ਨੂੰ, ਤੀਬਰਤਾ ਨੂੰ, ਤਾਂ ਇਹ ਸਿਸਮੋਗ੍ਰਾਫ ਹੈ। ਇਸ ਦੇ ਉੱਪਰ ਜਿਹੜੀ ਰਿਕਟਰ ਸਕੇਲ ਦੇ ਉੱਪਰ ਜਿਹੜੀ ਰੀਡਿੰਗ ਆਉਂਦੀਆਂ ਨੇ ਇੱਥੋਂ ਮੇਜ਼ਰ ਕੀਤਾ ਜਾਂਦਾ। ਤਾਂ ਇਸ ਦੇ ਵਿੱਚ ਜਿਹੜਾ ਆਪਸ਼ਨ ਡੀ ਹੈਗਾ ਉਹ ਸਿਸਮੋਗ੍ਰਾਫ ਦੇ ਦੁਆਰਾ ਅਰਥਕੁਇਕ ਦੀ ਜਿਹੜੀ ਤੀਬਰਤਾ ਨੂੰ ਮਾਪਿਆ ਜਾਂਦਾ। ਆਪਸ਼ਨ ਡੀ ਸਹੀ ਹੈ। 14ਵਾਂ ਕੁਐਸਚਨ ਹੈ, ਕਿੰਨੇ ਡੈਸੀਬਲ ਤੋਂ ਵੱਧ ਆਵਾਜ਼ ਖਤਰਨਾਕ ਆਵਾਜ਼ ਪ੍ਰਦੂਸ਼ਣ ਬਣ ਜਾਂਦੀ ਹੈ। ਤਾਂ ਇਹ
ऑप्शन 40 तो ऊपर, बी 80 तो ऊपर और सी 100 तो ऊपर और डी 125 तो ऊपर। तो जदों 80 तो ऊपर डेसीबल यानी कि आवाज़ की जिहड़ा लैवल आ जाता तो वो एक एयर पोल्यूशन बन जाती है, आवाज़ का प्रदूषण बन जाती है। तो ऑप्शन इस दी बी सही है 14वें दी। 15वां क्वेश्चन है एक्सपेंशन ऑफ ATM इज़ डैश, यानी कि ATM जिहड़ा असीं यूज़ करते हैं जित्थों असीं एक कार्ड के द्वारा पैसे प्राप्त करते हैं, बैंक के द्वारा लगाए होंगे ATM। तो उसका दस्सिया कि इसकी फुल फॉर्म की है ATM की। तो ऑप्शन ए हैगी आ ए सिंक्रोनस टैलर मशीन, बी ऑटोमेटेड टाइम मशीन, सी हैगा ऑटोमेटेड टैलर मशीन और डी हैगा ऑटोनोमस टाइम मशीन। तो इसका जोड़ा सही मीनिंग है ATM का ऑटोमेटेड टैलर मशीन है 15वें का, सी ऑप्शन इसकी सही है। सो उम्मीद करते हैं तुहानूं इस वीडियो तो बहुत सारी जानकारी मिली होगी। ਜਿਹੜੇ साथी इस चैनल ते नवे ने वो इस चैनल ਨੂੰ जरूर सबसक्राइब करन ताकि ਤੁਹਾਡੇ तक नवी वीडियो का नोटिफिकेशन मिलता रहे। और वीडियो ਨੂੰ लास्ट तक ਵੇਖਣ ਲਈ थैंक यू वेरी मच।